ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਵੈਂਕੂਵਰ ਦੇ ਵਿੱਚ ਅਨੋਖਾ ਪ੍ਰਦਰਸ਼ਨ, ਠੰਡ ਦੇ ਵਿੱਚ ਬਾਹਰ ਸੁੱਤੇ ਨੌਜਵਾਨ। ਅਮਰੀਕਾ ਦੇ ਨਾਲ ਰਿਸ਼ਤੇ ਮਜ਼ਬੂਤ ਕਰਨ ਦੀ ਲੋੜ ਟਰੂਡੋ। ਜਾਣੋ ਟਰੰਪ ਅਤੇ ਟਰੂਡੋ ਦੇ ਕਿਸ ਤਰ੍ਹਾਂ ਦੇ ਸਨ ਰਿਸ਼ਤੇ। ਬ੍ਰਿਟਿਸ਼ ਕੋਲੰਬੀਆ ਨੇ ਐਲਾਨਿਆ ਨਵਾਂ ਵੈਕਸੀਨ ਪਲਾਨ। ਜਾਣੋ ਕਿਹਨਾਂ ਨੂੰ ਲੱਗੇਗੀ 8 ਮਾਰਚ ਤੋਂ ਵੈਕਸੀਨ। ਫਰਾਂਸ ਦੇ ਸਾਬਕਾ ਰਾਸ਼ਟਰਪਤੀ ਨੂੰ ਹੋਈ ਜੇਲ੍ਹ, ਲੱਗਣਗੀਆਂ ਇਲੈਕਟ੍ਰੋਨਿਕ ਹਥਕੜੀਆਂ। ਕੈਨੇਡਾ ਨੇ ਸਾਂਝੀ ਕੀਤੀ ਐਸਟ੍ਰਾਜੈਨੇਕਾ ਦੇ ਬਾਰੇ ਵਿੱਚ ਅਪਡੇਟ। ਬੁੱਧਵਾਰ ਨੂੰ ਆਵੇਗੀ ਟੀਕੇ ਦੀ ਪਹਿਲੀ ਸ਼ਿਪਮੈਂਟ। ਕੈਨੇਡਾ ਦੇ ਵਿੱਚ ਕੋਵਿਡ-19 ਅਪਡੇਟ। ਜਾਣੋ ਕਿੱਥੋਂ ਆਏ ਕਿੰਨੇ ਕਰੋਨਾ ਵਾਇਰਸ ਦੇ ਮਾਮਲੇ। ਕੈਨੇਡਾ ਦੀ ਧਰਤੀ ਦੇ ਉੱਪਰ ਲਗਾਤਾਰ ਭਾਰਤ ਦੇ ਕਿਸਾਨਾਂ ਦੇ ਲਈ ਆਵਾਜ਼ ਚੁੱਕੀ ਜਾ ਰਹੀ ਹੈ। ਇੱਕ ਅਨੋਖਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਵੈਂਕੂਵਰ ਡਾਊਨਟਾਊਨ ਦੇ ਵਿੱਚ, ਜਿੱਥੇ ਭਾਰਤੀ ਕੌਂਸਲੇਟ ਦੇ ਬਾਹਰ ਨੌਜਵਾਨਾਂ ਵੱਲੋਂ ਖੁੱਲੇ ਆਸਮਾਨ ਦੇ ਵਿੱਚ ਠੰਡ ਦੀ ਪਰਵਾਹ ਕੀਤਿਆਂ ਬਿਨਾਂ ਬਿਸਤਰੇ ਵਿਛਾਏ ਗਏ ਅਤੇ ਪ੍ਰਦਰਸ਼ਨ ਕੀਤਾ ਗਿਆ ਰਾਤ ਭਰ ਕਿਸਾਨਾਂ ਦੇ ਲਈ। ਅਤੇ ਫਿਰ ਤੋਂ ਅਪੀਲ ਕੀਤੀ ਗਈ ਭਾਰਤ ਦੀ ਸਰਕਾਰ ਨੂੰ ਕਿ ਖੇਤੀਬਾੜੀ ਦੇ ਨਾਲ ਸੰਬੰਧਿਤ ਜਿਹੜੇ ਕਾਨੂੰਨ ਲਿਆਂਦੇ ਗਏ ਉਹਨਾਂ ਨੂੰ ਰੱਦ ਕੀਤਾ ਜਾਵੇ। ਕੈਨੇਡਾ ਦੇ ਮਾਈਨਸ ਟੈਂਪਰੇਚਰ ਦੌਰਾਨ ਵੀ ਇੱਥੋਂ ਦੇ ਨੌਜਵਾਨ ਭਾਰਤ ਦੇ ਕਿਸਾਨਾਂ ਦੇ ਲਈ ਲਗਾਤਾਰ ਡਟੇ ਹੋਏ ਹਨ। ਵੈਂਕੂਵਰ ਡਾਊਨਟਾਊਨ ਭਾਰਤ ਕੌਂਸਲੇਟ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਭਾਰਤ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ। ਇੱਥੇ ਖੁੱਲੇ ਆਸਮਾਨ ਦੇ ਵਿੱਚ ਠੰਡ ਦੇ ਵਿੱਚ ਨੌਜਵਾਨ ਬਾਹਰ ਥੱਲੇ ਗੱਦੇ ਬਿਸਤਰੇ ਵਿਛਾ ਕੇ ਸੁੱਤੇ, ਜਿਨ੍ਹਾਂ ਵੱਲੋਂ ਲਗਾਤਾਰ ਕਿਸਾਨੀ ਨਾਅਰੇ ਲਗਾਏ ਗਏ ਅਤੇ ਫਿਰ ਤੋਂ ਆਵਾਜ਼ ਬੁਲੰਦ ਕੀਤੀ ਗਈ ਭਾਰਤ ਦੇ तमाम ਉਹਨਾਂ ਕਿਸਾਨਾਂ ਦੇ ਲਈ ਜੋ ਆਪਣੇ ਹੱਕਾਂ ਦੀ ਲੜਾਈ ਦੇ ਵਾਸਤੇ ਦਿੱਲੀ ਬਾਰਡਰਾਂ ਦੇ ਉੱਪਰ ਡਟੇ ਹੋਏ ਹਨ। ਲਗਾਤਾਰ ਕੈਨੇਡਾ ਦੇ ਵਿੱਚ ਵੀ ਕਿਸਾਨਾਂ ਨੂੰ ਸਪੋਰਟ ਕੀਤਾ ਜਾ ਰਿਹਾ ਹੈ। ਮੰਗ ਕੀਤੀ ਜਾ ਰਹੀ ਹੈ ਕਿ ਭਾਰਤ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਮੰਨੇ ਅਤੇ ਜੋ ਉਹਨਾਂ ਵੱਲੋਂ ਕਾਨੂੰਨ ਲਿਆਂਦੇ ਗਏ ਨੇ ਖੇਤੀਬਾੜੀ ਦੇ ਨਾਲ ਸੰਬੰਧਿਤ ਉਹਨਾਂ ਨੂੰ ਰੱਦ ਕੀਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ। ਸੋ ਅਸੀਂ ਅੱਜ ਸਾਰੇ ਇੰਡੀਅਨ ਕੌਂਸੂਲੇਟ ਦੇ ਬਾਹਰ, ਜਿਵੇਂ ਸਾਡੇ ਤੁਸੀਂ ਜਾਣਦੇ ਹੋ ਪਿਛਲੇ 2 ਤੋਂ 2.5 ਮਹੀਨਿਆਂ ਤੋਂ ਫਾਰਮਰਸ ਜਿਹੜੇ ਦਿੱਲੀ ਮੋਰਚੇ 'ਤੇ ਬੈਠੇ ਆ ਇੰਨੀ ਠੰਡ ਵਿੱਚ, ਅੱਜ ਅਸੀਂ ਉਹਨਾਂ ਨੂੰ ਮੋਟੀਵੇਟ ਕਰਨ ਲਈ ਕਹਿ ਲਓ ਜਾਂ ਚਲੋ ਉਹਨਾਂ ਦੀ ਸਹਾਇਤਾ ਤਾਂ ਅਸੀਂ ਨਹੀਂ ਕਰ ਸਕੇ, ਇੰਨੇ ਯੋਗ ਹੈ ਨਹੀਂਗੇ, ਬਟ ਉਹਨਾਂ ਨੂੰ ਬੂਸਟ ਅਪ ਕਰਨ ਲਈ ਅਸੀਂ ਅੱਜ ਉਹਨਾਂ ਨੂੰ ਬਾਹਰ ਇੰਡੀਅਨ ਕੌਂਸੂਲੇਟ ਦੇ ਬਾਹਰ ਸੌਣ ਦਾ ਅਸੀਂ ਪ੍ਰੋਟੈਸਟ ਰੱਖਿਆ। ਜਿਹੜੇ ਵੀ ਵੀਰਾਂ ਨੇ ਹਮਲਾ ਮਾਰਿਆ ਬਹੁਤ ਹੀ ਸ਼ਲਾਘਾਯੋਗ ਹੈ। ਇਸੇ ਤਰ੍ਹਾਂ ਹੀ ਮਤਲਬ ਆਪਦੇ ਹੱਕਾਂ ਲਈ ਖੜਨਾ ਸਾਨੂੰ ਗੁਰੂ ਸਾਹਿਬ ਨੇ ਸਿਖਾਇਆ ਤੇ ਅਸੀਂ ਹੱਕਾਂ ਲਈ ਖੜਦੇ ਰਵਾਂਗੇ। ਤੇ ਇਹ ਬੇਸ਼ਰਮੀ ਆ ਮੋਦੀ ਸਰਕਾਰ ਦੀ, ਜਿਹੜੇ 2.5 ਤੋਂ 3 ਮਹੀਨੇ ਹੋ ਗਏ ਇੰਨੀ ਦੇਰ ਬੈਠਣ, ਜਿਹੜਾ ਉਹਨਾਂ ਨੂੰ ਤਰਸ ਨਹੀਂ ਆ ਰਿਹਾ ਉਹਨਾਂ ਤੇ। ਹਜੇ ਕਹਿੰਦੇ ਆ ਵੀ ਅਸੀਂ ਇੰਡੀਅਨ ਲਾਰਜੈਸਟ ਡੈਮੋਕ੍ਰੇਸੀ ਆ, 200 ਤੋਂ ਵੱਧ ਸਾਡੇ ਸ਼ਹੀਦ ਹੋ ਗਏ, ਇੰਨੇ ਸਾਡੇ ਜੇਲ੍ਹਾਂ 'ਚ ਕੈਦ ਕਰ ਲਏ। ਕਿਹੜੇ ਸਾਡੇ ਜਿਹੜੀਆਂ ਭੈਣਾਂ ਨੂੰ ਮਾਵਾਂ ਨੂੰ ਉੱਥੇ ਤਰਾਸਦੀ ਦਿੱਤੀ ਜਾਂਦੀ ਆ, ਉਹਨਾਂ ਦਾ ਅਤਿਆਚਾਰ ਕੀਤਾ ਜਾਂਦਾ ਜੇਲ੍ਹਾਂ 'ਚ। ਸੋ ਸਾਡੀ ਇਹੀ ਰਿਕੁਐਸਟ ਆ ਮੋਦੀ ਸਰਕਾਰ ਨੂੰ, ਜਿੰਨੇ ਬਾਹਰ ਬੈਠੇ ਆ ਇਹੀ ਰਿਕੁਐਸਟ ਕਰਦੇ ਆ ਵੀ ਨਾ ਉਕਸਾਓ, ਉਧਰ ਆ ਕੇ ਫਿਰ ਨਹੀਂ ਸਾਂਭੇ ਜਾਣੇ, ਬਿੱਲ ਵਾਪਸ ਕਰੋ। ਸਿੱਖ ਕੌਮ ਦਾ ਇਤਿਹਾਸ ਆ, ਅਸੀਂ ਮੁੜੇ ਨਹੀਂ ਖਾਲੀ ਤੇ ਮੁੜਨਾ ਐਤਕੀ ਵੀ ਨਹੀਂ ਖਾਲੀ। ਧੰਨਵਾਦ ਸਾਰੇ। ਹੈਲੋ, ਸਤਿ ਸ਼੍ਰੀ ਅਕਾਲ। ਅਸੀਂ ਵੈਨਕੂਵਰ ਹੈਗੇ ਆ ਇੰਡੀਅਨ ਕੌਂਸਲੇਟ ਦੇ, ਅਸੀਂ ਬੈਠੇ ਹਾਂ। ਅਸੀਂ ਅੱਜ ਰਾਤ ਨੂੰ ਇੱਥੇ ਸਪੀਕ ਕਰਨਾ ਹੈ ਔਨ ਦ ਸਟਰੀਟ ਫॉर ਦ ਫਾਰਮਰਸ ਆਫ ਇੰਡੀਆ। ਇੰਡੀਆ ਵਿੱਚ ਲੋਕੀ ਸਾਰੇ ਕਰ ਰਹੇ ਆ, ਤੜਪ ਰਹੇ ਆ, ਜਿੱਦਾਂ ਵੀ ਹੋ ਰਿਹਾ ਆ। ਮੋਦੀ ਦਾ ਬਿੱਲ ਜਿਹੜਾ ਹੈਗਾ ਆ ਬਹੁਤ ਗਲਤ ਹੈਗਾ ਆ ਕਿਸਾਨਾਂ ਲਈ, ਐਂਡ ਹੋਪਫੁਲੀ ਰਿਜ਼ੋਲਵ ਹੋ ਜਾਵੇ। ਆਪਣੇ ਐਲਡਰਸ ਜਿਹੜੇ ਇੰਡੀਆ ਦੇ ਵਿੱਚ ਸਾਰੇ ਸਟਰਗਲ ਕਰ ਰਹੇ ਆ, ਸਟਰੀਟ 'ਤੇ ਸੌ ਰਹੇ ਆ। ਅਸੀਂ ਵੀ ਦੇਖਣਾ ਉਹਨਾਂ ਦਾ ਸਟਰਗਲ ਕੀਤਾ ਆ। ਅਸੀਂ ਤਾਂ ਇੱਕ ਰਾਤ ਦੇ ਕਰ ਰਹੇ ਆ, ਉਹ ਪਿਛਲੇ ਇੰਨੇ ਮਹੀਨਿਆਂ ਤੋਂ ਉੱਥੇ ਤੜਫ ਰਹੇ ਆ, ਕਰ ਰਹੇ ਆ। ਅਤੇ ਹੋਪਫੁਲੀ ਮੋਦੀ ਅੰਡਰਸਟੈਂਡ ਕਰ ਲਵੇ ਅਤੇ ਇਹ ਬਿੱਲ ਡਿਲੇ ਕਰ ਦਿਓ। ਜਿੱਦਾਂ ਇਹਨਾਂ ਬਿੱਲਾਂ ਬਾਰੇ ਕੀ ਪਤਾ ਹੈਗਾ ਤੁਹਾਨੂੰ? ਇਹ ਬਿੱਲ ਬਾਰੇ ਜਿੰਨਾ ਮੈਨੂੰ ਪਤਾ ਹੈਗਾ ਆ, ਫਾਰਮਰਸ ਅਗੇਂਸਟ ਦ ਲਾਜ਼, ਜਿਹੜੇ ਮੰਡੀ ਦਾ ਬਿੱਲ ਆ, ਸਾਰਾ ਕੁਛ ਜਿੰਨੀ ਮੇਰੇ ਕੋਲ ਇਨਫੋਰਮੇਸ਼ਨ ਹੈਗੀ ਆ ਮੈਂ ਰਿਸਰਚ ਕੀਤਾ ਆ। ਮੈਨੂੰ ਰਾਈਟ ਨਹੀਂ ਲੱਗਿਆ। ਪਹਿਲਾਂ ਤਾਂ ਜਦੋਂ ਮੈਂ ਸੁਣਿਆ ਸੀਗਾ ਮੈਨੂੰ ਤਾਂ ਇੰਨਾ ਕੁਛ ਪਤਾ ਨਹੀਂ ਸੀਗਾ। ਮੈਂ ਦੇਖਿਆ ਜਦੋਂ ਮੈਂ ਰਿਸਰਚ ਕੀਤਾ ਅਤੇ ਮੈਨੂੰ ਪਤਾ ਲੱਗਾ ਕਿ ਕਿਸਾਨਾਂ ਤੋਂ ਉਹਨਾਂ ਦੀ ਮਿਹਨਤ ਕਰੇ ਵਾਲੀ ਕਮਾਈ ਅਤੇ ਉਹਨਾਂ ਦੀ ਜ਼ਿੰਦਗੀ ਸਾਰਾ ਕੁਛ ਡਿਮੋਲਿਸ਼ ਕਰ ਸਕਦੇ ਹਾਂ, ਉਹ ਵਧੀਆ ਨਹੀਂ ਹੈਗਾ ਗਾ, ਐਂਡ ਦੈਟਸ ਨੋਟ ਰਾਈਟ। ਐਂਡ ਸਾਰਿਆਂ ਦਾ ਫਰੀਡਮ ਹੁੰਦਾ, ਸਾਰਿਆਂ ਦੀ ਰਾਈਟਸ ਹੁੰਦੀਆਂ ਆ। ਅਤੇ ਜਿਹੜੇ ਕਿਸਾਨ ਹੈ ਇਹਨਾਂ ਹਾਰਡ ਵਰਕ ਕਰ ਰਹੇ ਇੰਡੀਆ ਦੇ ਵਿੱਚ, ਅਤੇ ਉਹਨਾਂ ਦੀ ਰਾਈਟਸ ਚਾਹੀਦੀ ਹੈ। ਅਤੇ ਇਹ ਬਿੱਲ ਜਿਹੜਾ ਹੈਗਾ ਆ ਇਹ ਡੈਫੀਨਿਟਲੀ ਅਗੇਂਸਟ ਦਾ ਕਿਸਾਨਸ ਹੈਗਾ ਆ, ਉਹਨਾਂ ਦੀ ਫੇਵਰ ਦੇ ਵਿੱਚ ਨਹੀਂ ਹੈਗਾ। ਅਤੇ ਹੋਪਫੁਲੀ ਮੋਦੀ ਨੂੰ ਵੀ ਇਹ ਪਤਾ ਲੱਗੇ ਅਤੇ ਉਹ ਬਿੱਲ ਸਕ੍ਰੈਚ ਆਫ ਕਰ ਦੇਵੇ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਆਪਸ ਦੇ ਵਿੱਚ ਰਿਸ਼ਤੇ ਹਮੇਸ਼ਾ ਹੀ ਉਤਾਰ ਚੜ੍ਹਾਅ ਵਾਲੇ ਰਹੇ ਹਨ। ਪਰ ਹੁਣ ਜੋ ਬਾਈਡਨ ਦੇ ਨਾਲ ਵਰਚੁਅਲ ਮੀਟਿੰਗ ਟਰੂਡੋ ਦੀ ਹੋਈ ਹੈ, ਉਸ ਦੇ ਵਿੱਚ ਦੋਹਾਂ ਨੇਤਾਵਾਂ ਵੱਲੋਂ ਸਹਿਮਤੀ ਪ੍ਰਗਟਾਈ ਗਈ ਇਕੱਠਿਆਂ ਮਜ਼ਬੂਤੀ ਦੇ ਨਾਲ ਕੰਮ ਕਰਨ ਦੀ ਅਤੇ ਆਪਣੇ ਆਪਸੀ ਰਿਸ਼ਤਿਆਂ ਨੂੰ ਹੋਰ ਗੂੜਾ ਕਰਨ ਦੀ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਵਿੱਚ ਵਰਚੁਅਲੀ ਮੁਲਾਕਾਤ ਹੋਈ।
ਇਸ ਮੌਕੇ ਦੇ ਉੱਪਰ ਟਰੂਡੋ ਨੇ ਅਮਰੀਕਾ ਤੇ ਕੈਨੇਡਾ ਦੇ ਰਿਸ਼ਤੇ ਜੋ ਟਰੰਪ ਦੇ ਟੈਨਰ ਦੇ ਦੌਰਾਨ ਖਰਾਬ ਹੋਏ ਸਨ ਉਹਨਾਂ ਨੂੰ ਸੁਧਾਰਨ ਅਤੇ ਮਜ਼ਬੂਤ ਕਰਨ ਦੀ ਗੱਲ ਕੀਤੀ ਹੈ। ਸਾਬਕਾ ਰਾਸ਼ਟਰਪਤੀ ਟਰੰਪ ਅਤੇ ਟਰੂਡੋ ਦੇ ਦਰਮਿਆਨ ਜੋ ਟਫ ਰਿਲੇਸ਼ਨ ਸਨ ਉਸ ਦਾ ਅਸਰ ਨਾਫਟਾ ਐਗਰੀਮੈਂਟ ਦੇ ਉੱਪਰ ਪਿਆ ਸੀ, ਪਰ ਇਸ ਦੇ ਬਾਵਜੂਦ ਵੀ ਲੰਬੇ ਸਮੇਂ ਤੋਂ ਜੋ ਮੁੱਦੇ ਚੱਲ ਰਹੇ ਸਨ ਉਹਨਾਂ ਦੇ ਉੱਪਰ ਦੋਹਾਂ ਦੇਸ਼ਾਂ ਵੱਲੋਂ ਸਹਿਯੋਗ ਜਾਰੀ ਰੱਖਿਆ ਗਿਆ। 2016 ਤੋਂ 2019 ਤੱਕ ਕੈਨੇਡਾ ਦੇ ਯੂਐਸ ਦੇ ਵਿੱਚ ਐਂਬੈਸਡਰ ਡੇਵਿਡ ਨੇ ਕਿਹਾ ਹੈ ਕਿ ਯੂਐਸ ਅਤੇ ਕੈਨੇਡਾ ਦਾ ਆਪਸੀ ਰਿਸ਼ਤਾ ਡੂੰਘਾ ਹੈ, ਇਸ ਨੂੰ ਸਾਦੀ ਭਾਸ਼ਾ ਦੇ ਵਿੱਚ ਕਰੈਕਟਰਾਈਜ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਸੱਚ ਤਾਂ ਇਹ ਹੈ ਕਿ ਕੈਨੇਡਾ ਅਤੇ ਯੂਐਸ ਵੱਲੋਂ ਮੀਨਿੰਗਫੁਲ ਫਾਈਲਸ ਤੇ ਇੱਕ ਕੰਸਟਰਕਟਿਵ ਰਿਸ਼ਤੇ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਉਦਾਹਰਣ ਦੇ ਤੌਰ ਦੇ ਉੱਪਰ ਦੋਹਾਂ ਦੇਸ਼ਾਂ ਦੀ ਮਿਲਟਰੀ ਅਤੇ ਇੰਟੈਲੀਜੈਂਸ ਰਿਲੇਸ਼ਨਸ਼ਿਪ ਬਹੁਤ ਮਜ਼ਬੂਤ ਹੈ। ਉਨ੍ਹਾਂ ਕਿਹਾ ਕਿ ਨਾਫਟਾ ਐਗਰੀਮੈਂਟ ਦੇ ਉੱਪਰ ਨੈਗੋਸੀਏਸ਼ਨ ਆਸਾਨ ਨਹੀਂ ਸੀ। ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਟਰੰਪ ਪ੍ਰਸ਼ਾਸਨ ਦੇ ਵਿੱਚ ਕਈ ਕੈਨੇਡਾ ਦੇ ਨਾਲ ਮਜ਼ਬੂਤ ਰਿਸ਼ਤੇ ਬਣਾਉਣ ਦੇ ਯੋਗ ਹਨ, ਜਿਨ੍ਹਾਂ ਦੇ ਵਿੱਚ ਯੂਐਸ ਸੈਕਟਰੀ ਆਫ ਐਗਰੀਕਲਚਰ ਅਤੇ ਫਾਰਮਰ ਟ੍ਰੈਜਰੀ ਸੈਕਟਰੀ ਦਾ ਨਾਮ ਸ਼ਾਮਿਲ ਹੈ। 2017 ਦੇ ਵਿੱਚ ਟਰੰਪ ਵੱਲੋਂ ਕੈਨੇਡਾ ਨੂੰ ਪਾਲਿਸੀਜ਼ ਦੇ ਮਾਮਲੇ ਦੇ ਵਿੱਚ ਡਿਸਗ੍ਰੇਸ ਕਿਹਾ ਗਿਆ, ਕਿਉਂਕਿ ਉਨ੍ਹਾਂ ਮੁਤਾਬਕ ਕੈਨੇਡਾ ਨੇ ਅਮਰੀਕੀ ਕਿਸਾਨਾਂ ਨੂੰ ਠੇਸ ਪਹੁੰਚਾਈ ਸੀ। ਇਸ ਤੋਂ 1 ਸਾਲ ਬਾਅਦ ਟਰੰਪ ਨੇ ਟਵੀਟ ਕੀਤਾ ਕਿ ਮੈਂ ਕੈਨੇਡਾ ਦੇ ਨਾਲ ਪਿਆਰ ਕਰਦਾ ਹਾਂ, ਪਰ ਉਹਨਾਂ ਨੇ ਸਾਡੇ ਦੇਸ਼ ਤੋਂ ਕਈ ਸਾਲਾਂ ਤੋਂ ਫਾਇਦਾ ਲਿਆ। ਫਿਰ ਨਾਫਟਾ ਦਾ ਟੈਂਸ ਰੀਨੈਗੋਸੀਏਸ਼ਨ ਹੋਇਆ। ਇਸ ਤੋਂ ਪਹਿਲਾਂ ਜੂਨ 2018 ਦੇ ਵਿੱਚ LA 'ਚ G7 ਸਮਿਟ ਦੌਰਾਨ ਟਰੰਪ ਨੇ ਕੈਨੇਡੀਅਨ ਸਟੀਲ ਅਤੇ ਐਲੂਮੀਨੀਅਮ ਟ੍ਰੇਡ ਦੇ ਉੱਪਰ ਟੈਰਿਫ ਲਗਾ ਦਿੱਤਾ। ਇਸ ਸੰਮੇਲਨ ਤੋਂ ਬਾਅਦ ਦੋਹਾਂ ਦੇ ਦਰਮਿਆਨ ਬਿਆਨਬਾਜ਼ੀ ਕਾਫੀ ਗਰਮ ਹੋਈ। ਇਸ ਤੋਂ 1 ਸਾਲ ਬਾਅਦ ਉਦੋਂ ਮੁੱਦਾ ਭੜਕਿਆ ਜਦੋਂ ਨਾਟੋ ਸਮਿਟ ਦੀ ਲੰਡਨ ਦੇ ਵਿੱਚ ਬਕਿੰਗਮ ਪੈਲੇਸ ਦੇ ਵਿੱਚ ਰਿਸੈਪਸ਼ਨ ਸੀ ਤਾਂ ਟਰੂਡੋ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਅਤੇ ਫਰਾਂਸ ਦੇ ਪ੍ਰੈਜ਼ੀਡੈਂਟ ਨੂੰ ਵੀਡੀਓ ਕੰਪਲੇਂਟ ਕਰ ਰਹੇ ਸਨ ਕਿ ਟਰੰਪ ਲੇਟ ਹਨ। ਇਸ ਤੋਂ ਬਾਅਦ ਟਰੰਪ ਵੱਲੋਂ ਟਰੂਡੋ ਨੂੰ ਟੂ ਫੇਸਡ ਦੱਸਿਆ ਗਿਆ। 2020 ਦੇ ਵਿੱਚ ਦੋਹਾਂ ਦਾ ਰਿਸ਼ਤਾ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਆਇਆ ਜਦੋਂ ਟਰੂਡੋ ਨੂੰ ਸਵਾਲ ਪੁੱਛਿਆ ਗਿਆ ਕਿ ਟਰੰਪ ਪ੍ਰੋਟੈਸਟਰਸ ਦੇ ਵਿਰੁੱਧ ਸੈਨਿਕਾਂ ਦੀ ਵਰਤੋਂ ਦੀ ਧਮਕੀ ਦੇ ਰਹੇ ਹਨ। ਟਰੂਡੋ ਵੱਲੋਂ ਇਸ ਉੱਪਰ 21 ਮਿੰਟ ਦਾ ਪੌਜ਼ ਲਿਆ ਗਿਆ। ਇਸ ਤੋਂ ਬਾਅਦ ਟਰੰਪ ਵਾਲੇ ਪਾਸਿਓਂ ਹੋਇਆ ਇਹ ਕਿ ਉਹਨਾਂ ਨੇ ਕੈਨੇਡਾ ਐਲੂਮੀਨੀਅਮ ਦੇ ਉੱਪਰ ਟੈਰਿਫ ਲਗਾ ਦਿੱਤਾ। ਹੁਣ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋ ਬਾਈਡਨ ਦੇ ਨਾਲ ਵਰਚੁਅਲੀ ਜੋ ਮੁਲਾਕਾਤ ਹੋਈ ਹੈ ਉਸ ਦੇ ਵਿੱਚ ਦੋਹਾਂ ਨੇਤਾਵਾਂ ਦੇ ਵੱਲੋਂ ਇਕੱਠਿਆਂ ਕੰਮ ਕਰਨ ਅਤੇ ਮਜ਼ਬੂਤ ਰਿਸ਼ਤੇ ਦੀ ਗੱਲ ਕਹੀ ਗਈ ਹੈ। ਹੁਣ ਦੇਖਣਾ ਹੋਵੇਗਾ ਕਿ ਦੋਹਾਂ ਨੇਤਾਵਾਂ ਵੱਲੋਂ ਕਿਸ ਤਰ੍ਹਾਂ ਇਕੱਠਿਆਂ ਕੰਮ ਕੀਤਾ ਜਾਂਦਾ ਹੈ। ਬ੍ਰਿਟਿਸ਼ ਕੋਲੰਬੀਆ ਵੱਲੋਂ ਆਪਣੇ ਫੇਜ਼ 2 ਵੈਕਸੀਨ ਰੋਲ ਆਊਟ ਪਲਾਨ ਦਾ ਐਲਾਨ ਕੀਤਾ ਗਿਆ, ਜਿੱਥੇ ਹੁਣ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰਹਿਣ ਵਾਲੇ ਜੋ ਵੱਧ ਉਮਰ ਦੇ ਲੋਕ ਨੇ ਉਹਨਾਂ ਨੂੰ ਕੋਰੋਨਾ ਵੈਕਸੀਨ ਲਗਾਇਆ ਜਾਏਗਾ। ਇਸ ਫੇਜ਼ 2 ਦੀ ਸ਼ੁਰੂਆਤ ਮਾਰਚ 8 ਤੋਂ ਹੋਣ ਜਾ ਰਹੀ ਹੈ। ਇਸ ਖਬਰ ਰਾਹੀਂ ਜਾਣੋ ਕਿ ਕਿਹਨਾਂ ਨੂੰ ਪਹਿਲ ਦੇ ਆਧਾਰ ਦੇ ਉੱਪਰ ਹੁਣ ਟੀਕਾ ਲਗਾਇਆ ਜਾਵੇਗਾ ਅਤੇ ਆਪਣੀ ਅਪਾਇੰਟਮੈਂਟ ਨੂੰ ਕਿਵੇਂ ਫਿਕਸ ਕਰਨਾ ਹੈ। ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਆਪਣੇ ਫੇਜ਼ 2 ਦੇ ਰੋਲ ਆਊਟ ਕੋਵਿਡ-19 ਵੈਕਸੀਨ ਪਲਾਨ ਦਾ ਐਲਾਨ ਕੀਤਾ ਗਿਆ। ਦੱਸੀਏ ਕਿ ਫੇਜ਼ 2 ਦੇ ਅਧੀਨ ਹੁਣ ਇੱਥੇ 80 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਨੂੰ ਕੋਰੋਨਾ ਵੈਕਸੀਨ ਲਗਾਇਆ ਜਾਵੇਗਾ, ਜਿਸ ਦੇ ਬਾਰੇ ਵਿੱਚ तमाम ਜਾਣਕਾਰੀ ਅਪਡੇਟ ਸਾਂਝੀ ਕੀਤੀ ਗਈ। ਪ੍ਰੀਮੀਅਰ ਜੌਨ ਹੌਰਗਨ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ 4 ਲੱਖ ਤੋਂ ਵੱਧ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਕੋਵਿਡ-19 ਵੈਕਸੀਨ ਸ਼ਾਟ ਅਗਲੇ 5 ਤੋਂ 6 ਹਫ਼ਤਿਆਂ ਦੌਰਾਨ ਲਗਾਏ ਜਾਣਗੇ, ਕਿਉਂਕਿ ਇਸ ਸਮੇਂ ਉਹਨਾਂ ਦਾ ਮੁੱਖ ਮਕਸਦ ਹੈ ਕਿ ਬ੍ਰਿਟਿਸ਼ ਕੋਲੰਬੀਅਨਸ ਨੂੰ ਇਸ ਵਾਇਰਸ ਤੋਂ ਬਚਾਉਣਾ। ਇਸ ਦੀ ਸ਼ੁਰੂਆਤ ਹੋਵੇਗੀ ਮਾਰਚ 8, 2021 ਤੋਂ, ਜਿੱਥੋਂ 80 ਸਾਲ ਤੋਂ ਵੱਧ ਅਤੇ 80 ਸਾਲ ਵਾਲਿਆਂ ਨੂੰ ਕੋਰੋਨਾ ਵੈਕਸੀਨ ਲਗਾਉਣ ਦੀ ਸ਼ੁਰੂਆਤ ਕੀਤੀ ਜਾਵੇਗੀ। ਜਿਹੜੇ ਵੀ ਵੈਕਸੀਨ ਲਗਵਾਉਣਾ ਚਾਹੁੰਦੇ ਨੇ ਉਹ ਲੋਕਲ ਹੈਲਥ ਅਥਾਰਟੀਜ਼ ਨੂੰ ਕਾਲ ਕਰਕੇ ਅਪਾਇੰਟਮੈਂਟ ਫਿਕਸ ਕਰਵਾ ਸਕਦੇ ਹਨ। ਮਾਰਚ 8, 2021 ਤੋਂ ਜਿਨ੍ਹਾਂ ਦਾ ਜਨਮ 1931 ਜਾਣੀ ਕਿ ਜਿਨ੍ਹਾਂ ਦੀ ਉਮਰ 90 ਸਾਲ ਹੈ ਜਾਂ ਫਿਰ ਇਸ ਤੋਂ ਵੱਧ ਹੈ ਉਹ ਆਪਣੀ ਵੈਕਸੀਨ ਦੇ ਵਾਸਤੇ ਅਪਾਇੰਟਮੈਂਟ ਫਿਕਸ ਕਰਵਾ ਸਕਦੇ ਹਨ। ਮਾਰਚ 15, 2021 ਨੂੰ ਜਿਨ੍ਹਾਂ ਦਾ ਜਨਮ 1936 ਨੂੰ ਜਾਣੀ ਕਿ ਜਿਨ੍ਹਾਂ ਦੀ ਉਮਰ 85 ਸਾਲ ਜਾਂ ਫਿਰ ਇਸ ਤੋਂ ਵੱਧ ਹੈ ਉਹ ਆਪਣੀ ਅਪਾਇੰਟਮੈਂਟ ਫਿਕਸ ਕਰਵਾ ਸਕਦੇ ਹਨ। ਮਾਰਚ 22, 2021 ਨੂੰ ਜਿਨ੍ਹਾਂ ਦਾ ਜਨਮ 1941 ਨੂੰ ਹੋਇਆ ਜਾਣੀ ਕਿ ਜਿਨ੍ਹਾਂ ਦੀ ਉਮਰ 80 ਸਾਲ ਜਾਂ ਫਿਰ ਇਸ ਤੋਂ ਵੱਧ ਹੈ ਉਹ ਵੈਕਸੀਨ ਲਗਵਾਉਣ ਵਾਸਤੇ ਆਪਣੀ ਅਪਾਇੰਟਮੈਂਟ ਫਿਕਸ ਕਰਵਾ ਸਕਦੇ ਹਨ। ਇਸ ਮੌਕੇ ਉਹਨਾਂ ਨੇ ਹੋਰ ਕੀ ਕਿਹਾ ਆਓ ਤੁਹਾਨੂੰ ਸੁਣਾਉਂਦੇ ਹਾਂ। Good morning, everyone. I'm pleased to be here on the traditional territory of the Lekwungen-speaking people, the Esquimalt and Songhees First Nations. I'm joined by my colleague Adrian Dix, the Minister of Health, Dr. Bonnie Henry, the Provincial Health Officer, as well as Dr. Penny Ballum, the Immunization Response Team Coordinator. At the start, I want to thank all three of these individuals for the extraordinary work they've been doing, not just over the past couple of weeks,
over the past couple of months, but indeed over the past year, to keep British Columbians safe and focusing on the things that matter most to British Columbians. You'll recall that in late January, we were the first province in the country to announce our COVID-19 vaccination plan. Our plan was to get people immunized as quickly as we could by focusing on those that were most at risk. The most severely ill that we've seen over the past number of months have been those who are in their latter years and those that have comorbidities. So our focus has been on not just those that are most susceptible, but indeed those that are most vulnerable and the people who care for them. And I want to say that it's been an extraordinary number of weeks where we've seen 275,000 people vaccinated here in British Columbia, focusing on long-term care residents and staff, people in rural and remote Indigenous communities, as well as healthcare workers that focus on COVID-19 patients. That's tremendous success based on the amount of vaccine we've had available to us, and we're very excited today to announce we're moving in to phase 2 of our vaccination plan. Although we already have about 90% of the residents in long-term care facilities and the staff immunized, we will continue to go back to those first stages, and Dr. Henry will lay out how we're going to do that in a few moments. But today, as we start phase 2, this will include, of course, seniors 80 years and better, or Indigenous elders 65 years or older. And through March and April, we plan to immunize another 400,000 people, building off the successes we had in phase 1. That means using the same mobile clinics that we were so successful in phase 1 to make sure that independent living facilities are immunized, as well as not just residents but staff, to meet that target. Dr. Ballum will lay out in some detail in a few moments the overall plan for phase 2, but I want to just say before we start the detailed briefing that although there is light at the end of the tunnel, we are far from out of this. We have months to go, and I want British Columbians to take the good news we're hearing today with the joy that it deserves. But we need to remind ourselves, not just today, but next week and next month, that we have a long, long way to go. That means we need to continue to practice the principles that Dr. Henry has put in place over the past number of months, that we remain physically distanced, we keep our groups as small as possible, we don't come to work when we're sick, we wear masks whenever we can inside, absolutely, and in fact, whenever we are out and about for a walk, for mental health breaks, and so on. The challenges that we have all endured over the past 12 months have been profound, but the challenges ahead are equally profound. And although there is fantastic news on the horizon, it depends on supply. And I think most British Columbians know, but I want to repeat it again. We are dependent on offshore supplies of vaccines to meet our targets. The federal government has been working overtime to ensure we get access to those vaccines, but there is no domestic supplier that we can put pressure on. This is a global pandemic. This is a scarce commodity that is in high demand in every corner of the planet. That means that we have to do our level best to focus on staying safe, keeping our families, our communities, and our province in a good place as we roll out the plan. Very good news today. Dr. Henry's going to tell us a little bit about that before we turn it to Dr. Ballum and Minister Dix. But again, to all British Columbians, we need to continue what we're doing. We need to stay the course so that we can keep our families, our communities, and our province safe. With that, I'll pass it on to Dr. Henry, and we'll go from there. ਫਰਾਂਸ ਦੇ ਸਾਬਕਾ ਰਾਸ਼ਟਰਪਤੀ ਨੂੰ 3 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਉਹਨਾਂ ਦੇ ਉੱਪਰ ਕਰਪਸ਼ਨ ਦੇ ਦੋਸ਼ ਸਨ। ਫਰਾਂਸ ਦੇ ਇਤਿਹਾਸ ਦੇ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਨੂੰ ਜਿਹੜਾ ਸਾਬਕਾ ਰਾਸ਼ਟਰਪਤੀ ਜਾਂ ਫਿਰ ਫਰਾਂਸ ਦਾ ਰਾਸ਼ਟਰਪਤੀ ਰਿਹਾ ਹੋਵੇ ਉਸ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਹੁਣ ਉਹਨਾਂ ਨੂੰ ਇਸ ਦੋਸ਼ ਦੇ ਚੱਲਦਿਆਂ ਜੋ ਸਜ਼ਾ ਸੁਣਾਈ ਗਈ ਇਲੈਕਟ੍ਰੋਨਿਕ ਹੱਥਕੜੀਆਂ ਲੱਗਣਗੀਆਂ। ਫਰਾਂਸ ਦੀ ਕੋਰਟ ਵੱਲੋਂ ਕਰਪਸ਼ਨ ਅਤੇ ਇਨਫਲੂਐਂਸ ਪੈਡਲਿੰਗ ਦੇ ਮਾਮਲੇ ਦੇ ਵਿੱਚ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਸਾਰਕੋਜ਼ੀ ਨੂੰ 3 ਸਾਲ ਦੀ ਸਜ਼ਾ ਸੁਣਾਈ ਗਈ। ਨਾਲ ਹੀ ਦੱਸ ਦਈਏ ਕਿ ਕੋਰਟ ਵੱਲੋਂ 2 ਸਾਲ ਦੀ ਸਜ਼ਾ ਨੂੰ ਮੁਅੱਤਲ ਕਰ ਦਿੱਤਾ ਗਿਆ। ਨਿਕੋਲਸ 2007 ਤੋਂ 2017 ਤੱਕ ਫਰਾਂਸ ਦੇ ਰਾਸ਼ਟਰਪਤੀ ਅਹੁਦੇ ਦੇ ਉੱਪਰ ਰਹੇ। 2014 ਦੇ ਵਿੱਚ ਉਹਨਾਂ ਨੂੰ ਚੱਲ ਰਹੇ ਕੈਂਪੇਨ ਫਾਈਨਾਂਸਿਸ ਦੀ ਇਨਵੈਸਟੀਗੇਸ਼ਨ ਦੇ ਬਾਰੇ ਸੀਨੀਅਰ ਮੈਜਿਸਟ੍ਰੇਟ ਤੋਂ ਇਲੀਗਲ ਤਰੀਕੇ ਦੇ ਨਾਲ ਜਾਣਕਾਰੀ ਹਾਸਲ ਕਰਨ ਦੇ ਉੱਪਰ ਗਿਲਟੀ ਪਾਇਆ ਗਿਆ। ਜੱਜ ਨੇ ਕਿਹਾ ਕਿ ਉਹਨਾਂ ਨੂੰ ਜੇਲ੍ਹ ਦੇ ਵਿੱਚ ਰਹਿਣ ਦੀ ਜ਼ਰੂਰਤ ਨਹੀਂ, ਬਲਕਿ ਉਹ ਘਰ ਦੇ ਵਿੱਚ ਹੀ ਇਲੈਕਟ੍ਰੋਨਿਕ ਬ੍ਰੇਸਲੇਟ ਪਾਉਣਗੇ।
ਇੱਥੇ ਦੱਸਣਾ ਬਣਦਾ ਹੈ ਕਿ ਫਰਾਂਸ ਦੇ ਇਤਿਹਾਸ ਦੇ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਪ੍ਰੈਜ਼ੀਡੈਂਟ ਨੂੰ ਜਾਂ ਫਿਰ ਸਾਬਕਾ ਪ੍ਰੈਜ਼ੀਡੈਂਟ ਨੂੰ ਜੇਲ੍ਹ ਹੋਈ ਹੋਵੇ। ਇਸ ਮਾਮਲੇ ਦੇ ਉੱਪਰ ਕਾਫੀ ਜਾਂਚ ਪੜਤਾਲ ਤੋਂ ਬਾਅਦ ਪਿਛਲੇ ਸਾਲ ਦੇ ਆਖਿਰ ਦੇ ਵਿੱਚ ਟ੍ਰਾਇਲ ਦੀ ਸ਼ੁਰੂਆਤ ਹੋਈ। ਦੱਸੀਏ ਕਿ ਪੂਰੇ ਕੋਰਟਰੂਮ ਦੇ ਸਾਹਮਣੇ ਸਾਬਕਾ ਰਾਸ਼ਟਰਪਤੀ ਨੂੰ ਸਜ਼ਾ ਸੁਣਾਈ ਗਈ। 2 ਹਫ਼ਤਿਆਂ ਦੇ ਦੌਰਾਨ ਇੱਕ ਵਾਰ ਫਿਰ ਤੋਂ ਨਿਕੋਲਸ ਨੂੰ ਟ੍ਰਾਇਲ ਦਾ ਸਾਹਮਣਾ ਕਰਨਾ ਪਵੇਗਾ। 2012 ਦੌਰਾਨ ਰੀ-ਇਲੈਕਸ਼ਨ ਬਿਡ ਦੇ ਵਿੱਚ ਅਸਫਲਤਾ ਦੇ ਚੱਲਦਿਆਂ ਕੈਂਪੇਨ ਫਾਈਨਾਂਸਿੰਗ ਰੂਲਸ ਨੂੰ ਵਾਇਓਲੇਟ ਕਰਨ ਦੇ ਕਾਰਨ ਟ੍ਰਾਇਲ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਵੇਗਾ। ਦੱਸ ਦਈਏ ਕਿ ਸਾਬਕਾ ਰਾਸ਼ਟਰਪਤੀ ਵੱਲੋਂ ਕੈਂਪੇਨ ਦੇ ਵਿੱਚ ਅਸਲ ਖਰਚ ਨੂੰ ਛੁਪਾਇਆ ਗਿਆ ਸੀ। ਕੈਨੇਡਾ ਵੱਲੋਂ ਹਾਲ ਹੀ ਦੇ ਵਿੱਚ ਐਸਟ੍ਰਾਜੈਨੇਕਾ ਵੈਕਸੀਨ ਨੂੰ ਹਰੀ ਝੰਡੀ ਦਿੱਤੀ ਗਈ, ਜਿਸ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਬੁੱਧਵਾਰ ਨੂੰ ਇਸ ਵੈਕਸੀਨ ਦੇ ਪਹਿਲੇ ਜਿਹੜੇ ਸ਼ਾਟਸ ਨੇ, ਡੋਜ਼ਸ ਨੇ, ਉਹ ਕੈਨੇਡਾ ਨੂੰ ਪਹੁੰਚਣਗੀਆਂ। ਇਸ ਦੇ ਬਾਰੇ तमाम ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਕੈਨੇਡਾ ਨੇ ਕਿੰਨੀਆਂ ਡੋਜ਼ਸ ਦਾ ਆਰਡਰ ਦਿੱਤਾ ਹੈ ਤੇ ਪਹਿਲੀਆਂ ਕਿਹੜੀਆਂ ਜਿਹੜੀਆਂ ਡੋਜ਼ਸ ਨੇ ਕਦੋਂ ਪਹੁੰਚਣਗੀਆਂ। ਪਿਛਲੇ ਦਿਨੀ ਕੈਨੇਡਾ ਵੱਲੋਂ ਐਸਟ੍ਰਾਜੈਨੇਕਾ ਵੈਕਸੀਨ ਨੂੰ ਹਰੀ ਝੰਡੀ ਦਿੱਤੀ ਗਈ। ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਹਫ਼ਤੇ ਕੈਨੇਡਾ ਨੂੰ ਐਸਟ੍ਰਾਜੈਨੇਕਾ ਵੈਕਸੀਨ ਦੀਆਂ ਡੋਜ਼ਸ ਮਿਲਣਗੀਆਂ। ਪੂਰੀ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਵੈਕਸੀਨ ਦੀਆਂ ਪਹਿਲੀਆਂ ਡੋਜ਼ਸ ਕੈਨੇਡਾ ਨੂੰ ਬੁੱਧਵਾਰ ਨੂੰ ਪਹੁੰਚ ਜਾਣਗੀਆਂ। ਸ਼ੁੱਕਰਵਾਰ ਨੂੰ ਕੈਨੇਡਾ ਵੱਲੋਂ ਐਸਟ੍ਰਾਜੈਨੇਕਾ ਵੈਕਸੀਨ ਨੂੰ ਹਰੀ ਝੰਡੀ ਦਿੱਤੀ ਗਈ। ਦੱਸੀਏ ਕਿ ਕੈਨੇਡਾ ਦੀ ਇਹ ਤੀਸਰੀ ਵੈਕਸੀਨ ਹੈ ਜਿਸ ਨੂੰ ਅਪਰੂਵਲ ਮਿਲਿਆ। ਕੈਨੇਡਾ ਵੱਲੋਂ 24 ਮਿਲੀਅਨ ਡੋਜ਼ਸ ਦਾ ਆਰਡਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਅਪ੍ਰੈਲ ਤੋਂ ਸਤੰਬਰ ਮਹੀਨੇ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਡੋਜ਼ਸ ਕੈਨੇਡਾ ਨੂੰ ਪਹੁੰਚਣਗੀਆਂ। ਇਸ ਵੈਕਸੀਨ ਦੀਆਂ 5 ਲੱਖ ਸ਼ਾਟਸ ਕੈਨੇਡਾ ਨੂੰ ਪਹੁੰਚਣ ਦੀ ਆਸ ਕੀਤੀ ਜਾ ਰਹੀ ਹੈ। ਇਸ ਦੀ ਸ਼ਿਪਮੈਂਟ ਬਾਰੇ तमाम ਜਾਣਕਾਰੀ ਸੀਨੀਅਰ ਗਵਰਨਮੈਂਟ ਆਫੀਸ਼ੀਅਲ ਦੇ ਵੱਲੋਂ ਸਾਂਝੀ ਕੀਤੀ ਗਈ ਹੈ। ਇਸ ਕਰੋਨਾ ਵੈਕਸੀਨ ਦੇ ਮਾਮਲੇ ਦੇ ਵਿੱਚ ਆਉਣ ਵਾਲੇ ਕੁਝ ਹਫ਼ਤਿਆਂ ਦੌਰਾਨ ਕੈਨੇਡਾ ਨੂੰ ਇੱਕ ਹੋਰ ਖੁਸ਼ਖਬਰੀ ਮਿਲ ਸਕਦੀ ਹੈ। ਹਾਲ ਹੀ ਦੇ ਵਿੱਚ ਜੋ ਅਮਰੀਕਾ ਅੰਦਰ ਜੌਨਸਨ ਐਂਡ ਜੌਨਸਨ ਦੀ ਵੈਕਸੀਨ ਨੂੰ ਅਪਰੂਵ ਕੀਤਾ ਗਿਆ, ਹੋ ਸਕਦਾ ਹੈ ਕਿ ਆਉਣ ਵਾਲੇ ਕੁਝ ਹਫ਼ਤਿਆਂ ਦੌਰਾਨ ਇਸ ਨੂੰ ਕੈਨੇਡਾ ਦੇ ਵਿੱਚ ਵੀ ਹਰੀ ਝੰਡੀ ਦੇ ਦਿੱਤੀ ਜਾਵੇ। ਇਸ ਦੇ ਨਾਲ ਹੀ ਜਾਣਕਾਰੀ ਇਹ ਵੀ ਹੈ ਕਿ ਫਾਰਮਾਸਿਊਟੀਕਲ ਕੰਪਨੀਆਂ ਫਾਈਜ਼ਰ ਤੇ ਮੋਡਰਨਾ ਦੀਆਂ ਵੈਕਸੀਨ ਮਾਰਚ ਆਖਿਰ ਤੱਕ ਕੈਨੇਡਾ ਨੂੰ 4 ਮਿਲੀਅਨ ਡਿਲੀਵਰ ਹੋ ਜਾਣਗੀਆਂ। ਇਸ ਹਫ਼ਤੇ ਕੈਨੇਡਾ ਨੂੰ ਮੋਡਰਨਾ ਵੈਕਸੀਨ ਦੀਆਂ 1,68,000 ਡੋਜ਼ਸ ਮਿਲੀਆਂ। ਇਸ ਕੰਪਨੀ ਵੱਲੋਂ ਹਰ ਤੀਸਰੇ ਹਫ਼ਤੇ ਕੈਨੇਡਾ ਨੂੰ ਵੈਕਸੀਨ ਡੋਜ਼ ਪਹੁੰਚਾਈਆਂ ਜਾ ਰਹੀਆਂ ਨੇ। ਇਸ ਦੇ ਨਾਲ ਹੀ ਉਮੀਦ ਕੀਤੀ ਜਾ ਰਹੀ ਹੈ ਕਿ ਜਿਸ ਤਰ੍ਹਾਂ ਹੋਰ ਵੀ ਜ਼ਿਆਦਾ ਵੈਕਸੀਨ ਅਪਰੂਵ ਹੋਣਗੀਆਂ, ਉਸ ਤੋਂ ਬਾਅਦ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜਲਦ ਤੋਂ ਜਲਦ ਕਰੋਨਾ ਵੈਕਸੀਨ ਲਗਾਈ ਜਾਵੇਗੀ। ਇਸ ਸਮੇਂ ਕਰੋਨਾ ਵਾਇਰਸ ਦੇ ਖਿਲਾਫ ਜੰਗ ਦਾ ਇੱਕੋ ਇੱਕ ਹਥਿਆਰ ਹੈ, ਉਹ ਹੈ ਵੈਕਸੀਨ। ਜੇਕਰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਸਮੇਂ ਤੇ ਉੱਪਰ ਵੈਕਸੀਨ ਲਗਾ ਦਿੱਤੀ ਜਾਵੇਗੀ ਤਾਂ ਫਿਰ ਵਾਇਰਸ ਦੇ ਫੈਲਾਅ ਨੂੰ ਜਲਦ ਤੋਂ ਜਲਦ ਰੋਕਿਆ ਜਾ ਸਕਦਾ ਹੈ। ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕਰੋਨਾ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਨਾਲ ਦੀ ਨਾਲ ਦੱਸਾਂਗੇ ਕਿ ਇਸ ਸਮੇਂ ਕੈਨੇਡਾ ਦੇ ਵਿੱਚ ਕੀ ਹੈ ਕਰੋਨਾ ਵਾਇਰਸ ਕੇਸਿਸ ਓਵਰਵਿਊ। ਓਨਟਾਰੀਓ ਦੇ ਵਿੱਚ 24 ਘੰਟਿਆਂ ਦੌਰਾਨ 1023 ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਇੱਥੋਂ ਦੇ 2 ਹੈਲਥ ਯੂਨਿਟਸ ਦੇ ਵਿੱਚ ਲਾਕਡਾਊਨ ਲਗਾ ਦਿੱਤਾ ਗਿਆ ਹੈ। ਟੋਰਾਂਟੋ ਦੇ ਵਿੱਚ 280, ਪੀਲ ਰੀਜਨ ਦੇ ਵਿੱਚ 182, ਆਟਵਾ ਦੇ ਵਿੱਚ 72 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਓਨਟਾਰੀਓ ਦੇ ਵਿੱਚ ਜੋ ਮਾਮਲੇ ਸਾਹਮਣੇ ਆਏ ਉਹਨਾਂ ਵਿੱਚੋਂ 116 ਸਕੂਲ ਰਿਲੇਟਡ ਇਨਫੈਕਸ਼ਨ ਕੇਸ ਨੇ, ਜਿਨ੍ਹਾਂ ਵਿੱਚ 99 ਸਟੂਡੈਂਟਸ ਅਤੇ 15 ਸਟਾਫ ਮੈਂਬਰ ਨੇ। ਕਿਊਬੈਕ ਤੋਂ 24 ਘੰਟਿਆਂ ਦੌਰਾਨ 613 ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਕਿਊਬੈਕ ਦੇ ਵਿੱਚ ਕੋਵਿਡ-19 ਵੈਕਸੀਨ ਦੀ ਮਾਸ ਵੈਕਸੀਨੇਸ਼ਨ ਸ਼ੁਰੂ ਹੋ ਚੁੱਕੀ ਹੈ। ਹੁਣ ਤੱਕ ਇੱਥੇ 2,88,353 ਲੋਕ ਕਰੋਨਾ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ। 2,70,364 ਮਾਮਲੇ ਰਿਕਵਰਡ ਹਨ। ਕਿਊਬੈਕ ਦੇ ਵਿੱਚ ਇਸ ਸਮੇਂ 7,590 ਦੇ ਕਰੀਬ ਐਕਟਿਵ ਕਰੋਨਾ ਕੇਸ ਹਨ। ਇਸ ਸਮੇਂ ਹਸਪਤਾਲ ਦੇ ਵਿੱਚ 612 ਦੇ ਕਰੀਬ ਮਰੀਜ਼ ਨੇ, ਜਿਨ੍ਹਾਂ ਵਿੱਚੋਂ 122 ਇੰਟੈਂਸਿਵ ਕੇਅਰ ਅਧੀਨ ਹਨ। 24 ਘੰਟਿਆਂ ਦੌਰਾਨ ਇੱਥੇ 6,308 ਕਰੋਨਾ ਵੈਕਸੀਨ ਡੋਜ਼ ਦਿੱਤੀਆਂ ਗਈਆਂ। ਮੈਨੀਟੋਬਾ ਦੇ ਵਿੱਚ 35 ਕਰੋਨਾ ਵਾਇਰਸ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ ਇਸ ਦੇ ਨਾਲ ਹੀ ਕੁਝ ਚੀਜ਼ਾਂ ਨੂੰ ਖੋਲ੍ਹਣ ਦੀ ਵੀ ਇਜਾਜ਼ਤ ਦਿੱਤੀ ਜਾਵੇਗੀ। ਹੁਣ ਤੱਕ ਮੈਨੀਟੋਬਾ ਦੇ ਵਿੱਚ 31,894 ਲੋਕ ਕਰੋਨਾ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ। 1,171 ਇਸ ਸਮੇਂ ਇੱਥੇ ਐਕਟਿਵ ਕੇਸ ਨੇ ਅਤੇ 29,827 ਰਿਕਵਰਡ ਕੇਸ ਨੇ। ਕੈਨੇਡਾ ਦੇ ਵਿੱਚ ਹੁਣ ਤੱਕ 8,68,000 ਦੇ ਕਰੀਬ ਕਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। 22,007 ਦੇ ਕਰੀਬ ਲੋਕਾਂ ਦੀ ਵਾਇਰਸ ਦੇ ਕਰਕੇ ਜਾਨ ਚਲੀ ਗਈ। 8,16,000 ਉਹ ਮਾਮਲੇ ਹਨ ਜਿਨ੍ਹਾਂ ਨੇ ਕਰੋਨਾ ਵਾਇਰਸ ਨੂੰ ਮਾਤ ਦਿੱਤੀ, ਜਾਣੀ ਕਿ ਕੈਨੇਡਾ ਦੇ ਰਿਕਵਰਡ ਕੇਸ। ਮੈਨੀਟੋਬਾ ਵੱਲੋਂ ਆਪਣੇ ਨਵੇਂ PNP ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਦੇ ਤਹਿਤ 207 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਇਸ ਸਾਲ ਜਾਣੀ ਕਿ 2021 ਦਾ ਮੈਨੀਟੋਬਾ ਦੇ ਵੱਲੋਂ ਐਲਾਨਿਆ ਗਿਆ ਇਹ ਚੌਥਾ ਡਰਾਅ ਹੈ। ਮੈਨੀਟੋਬਾ ਵੱਲੋਂ ਆਪਣੇ ਨਵੇਂ PNP ਡਰਾਅ ਦਾ ਐਲਾਨ ਕੀਤਾ ਗਿਆ।
ਇਸ ਡਰਾਅ ਦੇ ਤਹਿਤ 207 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਇਹ ਡਰਾਅ ਮੈਨੀਟੋਬਾ ਵੱਲੋਂ ਫਰਵਰੀ 12 ਨੂੰ ਕੱਢਿਆ ਗਿਆ। ਮੈਨੀਟੋਬਾ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦਾ ਇਹ ਇਸ ਸਾਲ ਦਾ ਚੌਥਾ ਡਰਾਅ ਸੀ। ਸਕਿਲਡ ਵਰਕਰਸ ਅਤੇ ਇੰਟਰਨੈਸ਼ਨਲ ਗ੍ਰੈਜੂਏਟਸ ਨੂੰ 3 ਸਟਰੀਮਸ ਦੇ ਅਧੀਨ ਸੱਦੇ ਜਾਰੀ ਕੀਤੇ ਜਾਂਦੇ ਹਨ। ਇਹ 3 ਸਟਰੀਮ ਹਨ: ਸਕਿਲਡ ਵਰਕਰਸ ਇਨ ਮੈਨੀਟੋਬਾ, ਇੰਟਰਨੈਸ਼ਨਲ ਐਜੂਕੇਸ਼ਨ ਸਟਰੀਮ, ਸਕਿਲਡ ਵਰਕਰਸ ਓਵਰਸੀਜ਼। ਸਕਿਲਡ ਵਰਕਰਸ ਇਨ ਮੈਨੀਟੋਬਾ ਦੇ ਵਾਸਤੇ 158 LAAs ਅਤੇ ਮਿਨੀਮਮ ਸਕੋਰ 457 ਦੀ ਜ਼ਰੂਰਤ ਹੁੰਦੀ ਹੈ। ਸਕਿਲਡ ਵਰਕਰਸ ਓਵਰਸੀਜ਼ ਦੇ ਵਾਸਤੇ 21 LAAs ਅਤੇ ਮਿਨੀਮਮ ਸਕੋਰ 698 ਦੀ। ਇੰਟਰਨੈਸ਼ਨਲ ਐਜੂਕੇਸ਼ਨ ਸਟਰੀਮ ਦੇ ਲਈ 28 LAAs ਅਤੇ ਇਸ ਦੇ ਵਾਸਤੇ ਕੋਈ ਵੀ EOI ਸਕੋਰ ਦੀ ਜ਼ਰੂਰਤ ਨਹੀਂ ਹੁੰਦੀ। ਇਸ ਡਰਾਅ ਦੇ ਅਧੀਨ 5 LAA ਐਕਸਪ੍ਰੈਸ ਐਂਟਰੀ ਕੈਂਡੀਡੇਟਸ ਨੂੰ ਦਿੱਤੇ ਗਏ। ਜੇਕਰ ਮੈਨੀਟੋਬਾ ਦੇ PNP ਦੇ ਅਧੀਨ ਤੁਸੀਂ ਇਨਵੀਟੇਸ਼ਨ ਲੈਣਾ ਚਾਹੁੰਦੇ ਹੋ ਤੇ ਇਸ ਦੇ ਵਾਸਤੇ ਤੁਹਾਨੂੰ MPNP ਦੇ ਨਾਲ ਐਕਸਪ੍ਰੈਸ਼ਨ ਆਫ ਇੰਟਰਸਟ ਰਜਿਸਟਰ ਕਰਵਾਉਣਾ ਪਵੇਗਾ। ਮੈਨੀਟੋਬਾ ਵੱਲੋਂ 1000 ਪੁਆਇੰਟ ਦੇ ਵਿੱਚੋਂ ਕੈਂਡੀਡੇਟਸ ਨੂੰ ਰੈਂਕ ਕੀਤਾ ਜਾਂਦਾ ਹੈ। ਇਸ ਅਧੀਨ ਇਨਵੀਟੇਸ਼ਨ ਲੈਣ ਦੇ ਵਾਸਤੇ ਸਕਿਲਡ ਵਰਕਰਸ ਮੈਨੀਟੋਬਾ ਕੈਟੇਗਰੀ ਦੇ ਵਿੱਚ ਤੁਹਾਨੂੰ ਫੁੱਲ ਟਾਈਮ ਜੌਬ ਆਫਰ ਪ੍ਰੋਵਿੰਸ਼ੀਅਲ ਇੰਪਲੋਇਰ ਤੋਂ ਹੋਣੀ ਜ਼ਰੂਰੀ ਹੈ। ਇਸ ਸਮੇਂ ਅਮਰੀਕਾ ਦੇ ਵਿੱਚ ਟੀਚਾ ਰੱਖਿਆ ਗਿਆ ਹੈ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਵੈਕਸੀਨੇਸ਼ਨ ਲਗਾਉਣ ਦਾ, ਕਿਉਂਕਿ ਇੱਥੇ ਕਰੋਨਾ ਵਾਇਰਸ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਦੇਖਣ ਨੂੰ ਮਿਲਿਆ। ਉਸ ਤੋਂ ਬਾਅਦ ਇੱਕ ਚੰਗੀ ਖਬਰ ਸਾਹਮਣੇ ਆਈ ਹੈ ਕਿ ਜੌਨਸਨ ਐਂਡ ਜੌਨਸਨ ਕੰਪਨੀ ਦੇ ਕਰੋਨਾ ਵੈਕਸੀਨ ਨੂੰ ਵੀ ਅਮਰੀਕਾ ਦੇ ਵਿੱਚ ਹਰੀ ਝੰਡੀ ਦੇ ਦਿੱਤੀ ਗਈ ਹੈ। ਜਾਣੀ ਕਿ ਜੋ ਪਹਿਲਾਂ ਟੀਕੇ ਲਗਾਏ ਜਾ ਰਹੇ ਸਨ ਤੇ ਹੁਣ ਅਮਰੀਕਾ ਦੇ ਵਿੱਚ ਅਮਰੀਕਨਸ ਨੂੰ ਜੌਨਸਨ ਐਂਡ ਜੌਨਸਨ ਕੰਪਨੀ ਦਾ ਟੀਕਾ ਵੀ ਲਗਾਇਆ ਜਾਏਗਾ। ਵੱਖ-ਵੱਖ ਦੇਸ਼ਾਂ ਦੇ ਵਿੱਚ ਕਰੋਨਾ ਵਾਇਰਸ ਦੇ ਖਿਲਾਫ ਜੰਗ ਜਾਰੀ ਹੈ। ਇਹ ਜੰਗ ਲੜੀ ਜਾ ਰਹੀ ਹੈ ਵੈਕਸੀਨ ਦੇ ਨਾਲ। ਬਹੁਤਿਆਂ ਲੋਕਾਂ ਨੂੰ ਜਾਂ ਫਿਰ ਕਹਿ ਲਈਏ ਕਿ ਫਰੰਟ ਲਾਈਨ ਵਰਕਰਸ ਨੂੰ ਇਹ ਵੈਕਸੀਨ ਲਗਾਈ ਜਾ ਚੁੱਕੀ ਹੈ। ਗੱਲ ਅਮਰੀਕਾ ਦੀ ਕਰੀਏ ਤਾਂ ਹੁਣ ਇੱਥੇ ਇੱਕ ਹੋਰ ਵੈਕਸੀਨ ਨੂੰ ਮਨਜ਼ੂਰੀ ਮਿਲ ਗਈ ਹੈ। ਜੀ ਹਾਂ, ਜੌਨਸਨ ਐਂਡ ਜੌਨਸਨ ਵੈਕਸੀਨ ਨੂੰ ਇੱਥੇ ਹਰੀ ਝੰਡੀ ਦੇ ਦਿੱਤੀ ਗਈ ਹੈ ਤੇ ਕਿਹਾ ਜਾ ਰਿਹਾ ਹੈ ਕਿ ਇਸ ਦਾ ਇੱਕ ਸ਼ਾਟ ਹੀ ਅਸਰਦਾਰ ਹੋਵੇਗਾ। ਇਸ ਸਮੇਂ ਅਮਰੀਕਾ ਨੂੰ ਮਾਡਰਨਾ ਤੇ ਫਾਈਜ਼ਰ ਵੈਕਸੀਨੇਸ਼ਨ ਲਗਾਈ ਜਾ ਰਹੀ ਸੀ ਅਤੇ ਹੁਣ ਜੌਨਸਨ ਐਂਡ ਜੌਨਸਨ ਕੰਪਨੀ ਦਾ ਇਹ ਤੀਸਰਾ ਟੀਕਾ ਹੈ ਜਿਸ ਨੂੰ ਅਮਰੀਕਾ ਦੇ ਵਿੱਚ ਵੈਕਸੀਨੇਸ਼ਨ ਦੇ ਲਈ ਮਨਜ਼ੂਰੀ ਮਿਲ ਗਈ ਹੈ। ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਵੱਲੋਂ ਜੌਨਸਨ ਐਂਡ ਜੌਨਸਨ ਦੀ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਗਈ, ਜੋ ਕਿ ਕਰੋਨਾ ਵਾਇਰਸ ਦੇ ਖਿਲਾਫ 66% ਅਸਰਦਾਰ ਹੈ। ਜੌਨਸਨ ਐਂਡ ਜੌਨਸਨ ਦੀ ਵੈਕਸੀਨ 2 ਸ਼ਾਟਸ ਦੀ ਬਜਾਏ 1 ਡੋਜ਼ ਦੇ ਵਿੱਚ ਹੀ ਕਾਫੀ ਜ਼ਿਆਦਾ ਇਫੈਕਟਿਵ ਹੈ। ਅਮਰੀਕਾ ਦੇ ਵਿੱਚ ਕੋਵਿਡ-19 ਦਾ ਸਭ ਤੋਂ ਜ਼ਿਆਦਾ ਅਸਰ ਦੇਖਣ ਨੂੰ ਮਿਲਿਆ, ਜਿੱਥੇ ਹੁਣ ਤੱਕ 5 ਲੱਖ ਤੋਂ ਜ਼ਿਆਦਾ ਲੋਕ ਇਸ ਵਾਇਰਸ ਦੇ ਕਰਕੇ ਆਪਣੀ ਜਾਨ ਗਵਾ ਚੁੱਕੇ ਹਨ। ਵੈਕਸੀਨੇਸ਼ਨ ਨੂੰ ਹੋਰ ਵੀ ਤੇਜ਼ ਕੀਤਾ ਜਾ ਰਿਹਾ ਹੈ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਇਸ ਵਾਇਰਸ ਦੇ ਪ੍ਰਭਾਵ ਤੋਂ ਬਚਾਇਆ ਜਾਵੇ। ਇੱਥੋਂ ਦੇ ਲੋਕ ਕਾਫੀ ਸਮੇਂ ਤੋਂ ਉਡੀਕ ਕਰ ਰਹੇ ਸੀ ਕਿ ਕੋਈ ਅਜਿਹਾ ਵੈਕਸੀਨ ਆਵੇ ਜਿਸ ਦਾ ਇੱਕ ਸ਼ਾਟ ਹੀ ਅਸਰਦਾਰ ਹੋਵੇ ਵਾਇਰਸ ਦੇ ਖਿਲਾਫ। ਵੈਕਸੀਨ ਦੇ ਅਪਰੂਵਲ ਤੋਂ ਬਾਅਦ ਜੋ ਬਾਈਡਨ ਨੇ ਇਸ ਨੂੰ ਇੱਕ ਵਧੀਆ ਅਤੇ ਚੰਗੀ ਖਬਰ ਦੱਸਿਆ ਹੈ। ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਪੈਨਲ ਵੱਲੋਂ ਇਸ ਨੂੰ ਅਪਰੂਵ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵੈਕਸੀਨ ਗੰਭੀਰ ਬਿਮਾਰੀ, ਹਸਪਤਾਲ ਦੇ ਵਿੱਚ ਭਰਤੀ ਕਰਨ ਦੀ ਲੋੜ ਅਤੇ ਮੌਤ ਦੀ ਦਰ ਨੂੰ ਘੱਟ ਕਰਨ ਦੇ ਵਿੱਚ ਅਸਰਦਾਰ ਪਾਈ ਗਈ ਹੈ। ਅਮਰੀਕਨਸ ਨੂੰ ਤੀਸਰੀ ਵੈਕਸੀਨ ਮਿਲਣ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਹੁਣ ਵੈਕਸੀਨੇਸ਼ਨ ਨੂੰ ਹੋਰ ਵੀ ਜ਼ਿਆਦਾ ਤੇਜ਼ ਕੀਤਾ ਜਾ ਸਕਦਾ ਹੈ, ਜਿਸ ਦੇ ਨਾਲ ਹਰ ਇੱਕ ਨੂੰ ਵੈਕਸੀਨ ਸ਼ਾਟ ਲਗਾਇਆ ਜਾ ਸਕਦਾ ਹੈ। ਇਸ ਵੈਕਸੀਨ ਦਾ ਟ੍ਰਾਇਲ ਅਲੱਗ-ਅਲੱਗ ਜਗ੍ਹਾ ਦੇ ਉੱਪਰ ਕੀਤਾ ਗਿਆ। ਅਮਰੀਕਾ ਦੇ ਵਿੱਚ 85.9%, ਦੱਖਣੀ ਅਫਰੀਕਾ ਦੇ ਵਿੱਚ 81.7% ਅਤੇ ਬ੍ਰਾਜ਼ੀਲ ਦੇ ਵਿੱਚ 87.6% ਇਸ ਸੁਰੱਖਿਅਤ ਪਾਈ ਗਈ। ਇਨ੍ਹਾਂ ਦੇਸ਼ਾਂ ਦੇ ਵਿੱਚ ਕੋਵਿਡ-19 ਵਾਇਰਸ ਵੇਰੀਐਂਟ ਪਾਏ ਗਏ ਹਨ, ਜਿਸ ਤੋਂ ਬਾਅਦ ਚਿੰਤਾ ਦਾ ਇਹ ਵਿਸ਼ਾ ਬਣੇ ਹੋਏ ਸਨ। ਇਹ ਜੋ ਕਰੋਨਾ ਦਾ ਨਵਾਂ ਰੂਪ ਹੈ, ਇਹ ਪਿਛਲੇ ਕਰੋਨਾ ਵਾਇਰਸ ਤੋਂ ਵੱਧ ਤੇਜ਼ੀ ਦੇ ਨਾਲ ਫੈਲਦਾ ਹੈ। ਟ੍ਰਾਇਲ ਦੇ ਵਿੱਚ ਸਿਰਫ 2.3% ਗੰਭੀਰ ਸਾਈਡ ਇਫੈਕਟ ਦਿਖੇ ਹਨ। ਹੁਣ ਕਿਹਾ ਜਾ ਰਿਹਾ ਹੈ ਕਿ ਜੂਨ ਦੇ ਆਖਿਰ ਤੱਕ 10 ਕਰੋੜ ਡੋਜ਼ਸ ਉਪਲਬਧ ਹੋ ਸਕਦੀਆਂ ਹਨ। ਉਧਰ ਜੌਨਸਨ ਐਂਡ ਜੌਨਸਨ ਕੰਪਨੀ ਵੱਲੋਂ ਇਹ ਕਿਹਾ ਗਿਆ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਹੀ 30 ਤੋਂ 40 ਲੱਖ ਡੋਜ਼ਸ ਤੁਰੰਤ ਪਹੁੰਚਾਈਆਂ ਜਾ ਸਕਦੀਆਂ ਹਨ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਵੱਲੋਂ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਜੋ ਬਾਈਡਨ ਦੇ ਉੱਪਰ ਸਿਆਸੀ ਨਿਸ਼ਾਨੇ ਸਾਧੇ ਗਏ ਹਨ। ਉਹਨਾਂ ਵੱਲੋਂ ਜੋ ਪਾਲਿਸੀਜ਼ ਲਿਆਂਦੀਆਂ ਗਈਆਂ ਅਤੇ ਜਿਹੜੇ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਨੂੰ ਬਦਲਿਆ ਗਿਆ, ਉਸ ਦੇ ਉੱਪਰ ਆਪਣੀ ਰਾਏ ਰੱਖਦੇ ਹੋਏ, ਟਿੱਪਣੀਆਂ ਕਰਦੇ ਹੋਏ ਟਰੰਪ ਨਜ਼ਰ ਆਏ ਤੇ ਉਹਨਾਂ ਨੇ ਉਹਨਾਂ ਦੀਆਂ ਸਾਰੀਆਂ ਪਾਲਿਸੀਜ਼ ਦੀ ਆਲੋਚਨਾ ਕੀਤੀ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਜੋ ਬਾਈਡਨ ਦੀ ਪਾਲਿਸੀਜ਼ ਦੇ ਖਿਲਾਫ ਬੋਲਦੇ ਹੋਏ ਨਜ਼ਰ ਆਏ ਹਨ। ਇੰਨਾ ਹੀ ਨਹੀਂ, ਖਿਲਾਫ ਬੋਲੇ ਤਾਂ ਬੋਲੇ, ਰਾਸ਼ਟਰਪਤੀ ਚੋਣਾਂ ਲੜਨ ਦਾ ਉਹਨਾਂ ਵੱਲੋਂ ਇੱਕ ਸੰਕੇਤ ਇਸ਼ਾਰਾ ਵੀ ਦੇ ਦਿੱਤਾ ਗਿਆ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਫਲੋਰੀਡਾ ਦੇ ਵਿੱਚ ਕੰਜ਼ਰਵੇਟਿਵ ਪੋਲੀਟੀਕਲ ਐਕਸ਼ਨ ਕਾਨਫਰੰਸ 2021 ਦੇ ਵਿੱਚ ਪਹੁੰਚੇ।
ਇੱਥੇ ਉਹਨਾਂ ਨੇ ਮੌਜੂਦਾ ਰਾਸ਼ਟਰਪਤੀ ਜੋ ਬਾਈਡਨ ਦੀਆਂ ਪਾਲਿਸੀਜ਼ ਦੀ ਤਿੱਖੀ ਆਲੋਚਨਾ ਕੀਤੀ। ਰਾਸ਼ਟਰਪਤੀ ਅਹੁਦਾ ਛੱਡਣ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਡੋਨਾਲਡ ਟਰੰਪ ਕਿਸੇ ਵੱਡੇ ਪਬਲਿਕ ਕਾਨਫਰੰਸ ਦੇ ਵਿੱਚ ਪਹੁੰਚੇ ਹੋਣ। ਜੋ ਬਾਈਡਨ ਵੱਲੋਂ ਜੋ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ ਬਦਲਾਅ ਕੀਤਾ ਗਿਆ, ਇਸ ਦੇ ਉੱਪਰ ਵੀ ਟਰੰਪ ਵੱਲੋਂ ਟਿੱਪਣੀ ਕੀਤੀ ਗਈ ਹੈ। ਟਰੰਪ ਨੇ ਕਿਹਾ ਕਿ ਜੋ ਬਾਈਡਨ ਪ੍ਰਸ਼ਾਸਨ ਨੇ ਤਾਂ ਪਹਿਲਾਂ ਹੀ ਸਾਬਤ ਕਰ ਦਿੱਤਾ ਸੀ ਕਿ ਉਹ ਨੌਕਰੀ ਵਿਰੋਧੀ, ਪਰਿਵਾਰ ਵਿਰੋਧੀ, ਬਾਰਡਰ ਦਾ ਵਿਰੋਧ ਕਰਨ ਵਾਲੇ ਅਤੇ ਔਰਤਾਂ ਦੇ ਵਿਰੋਧੀ ਹਨ। ਇਸ ਦੇ ਨਾਲ ਹੀ ਟਰੰਪ ਨੇ ਕਹਿ ਦਿੱਤਾ ਕਿ ਉਹ ਤੀਸਰੀ ਵਾਰ ਰਾਸ਼ਟਰਪਤੀ ਅਹੁਦੇ ਦੀ ਚੋਣ ਲੜ ਸਕਦੇ ਹਨ। ਟਰੰਪ ਵੱਲੋਂ ਜੋ ਬਾਈਡਨ ਨੂੰ ਫਰਜ਼ ਪੂਰਾ ਕਰਨ ਦੇ ਉੱਪਰ ਅਸਫਲ ਦੱਸਿਆ ਗਿਆ। ਇੰਨਾ ਹੀ ਨਹੀਂ, ਜੋ ਲਗਾਤਾਰ ਗੱਲ ਟਰੰਪ ਕਹਿੰਦੇ ਆਏ ਸਨ ਉਹੀ ਉਹਨਾਂ ਵੱਲੋਂ ਇੱਕ ਵਾਰ ਫਿਰ ਤੋਂ ਦੁਹਰਾਈ ਗਈ। ਉਹ ਹੈ ਚੋਣਾਂ ਦੇ ਵਿੱਚ ਘਪਲਾਬਾਜ਼ੀ। ਉਹਨਾਂ ਨੇ ਇੱਕ ਵਾਰ ਫਿਰ ਤੋਂ ਚੋਣਾਂ ਦੇ ਵਿੱਚ ਧੋਖਾ ਹੋਇਆ, ਇਸ ਦੇ ਵੱਲ ਇਸ਼ਾਰਾ ਕੀਤਾ ਹੈ। ਸੋ ਟਰੰਪ ਵੱਲੋਂ ਇਸ ਦੌਰਾਨ ਜੋ ਬਾਈਡਨ ਵੱਲੋਂ ਲਿਆਂਦੀਆਂ ਗਈਆਂ ਪਾਲਿਸੀਜ਼ ਦੀ ਆਲੋਚਨਾ ਕੀਤੀ ਹੈ। ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ, ਜਿੱਥੇ ਖਰਾਬ ਮੌਸਮ ਬਰਫ਼ਬਾਰੀ ਦਾ ਸ਼ਿਕਾਰ ਹੋਇਆ ਇੱਕ ਪੰਜਾਬੀ ਨੌਜਵਾਨ। ਦਰਅਸਲ ਇੱਥੇ ਇੱਕ ਹਾਦਸਾ ਵਾਪਰਿਆ। ਖਰਾਬ ਮੌਸਮ ਬਰਫ਼ਬਾਰੀ ਦੇ ਚੱਲਦਿਆਂ ਇਹ ਨੌਜਵਾਨ ਆਪਣਾ ਟਰੱਕ ਲੈ ਕੇ ਆ ਰਿਹਾ ਸੀ, ਜਿਸ ਦੌਰਾਨ ਸੜਕ ਹਾਦਸਾ ਵਾਪਰਿਆ ਅਤੇ ਇਸ ਦੀ ਜਾਨ ਚਲੀ ਗਈ। ਇਹ ਜੋ ਨੌਜਵਾਨ ਹੈ ਪੰਜਾਬ ਦੇ ਵਿੱਚ ਸੰਗਰੂਰ ਦੇ ਨਾਲ ਸੰਬੰਧਿਤ ਹੈ। ਕੈਨੇਡਾ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ ਸੜਕ ਹਾਦਸੇ ਦੌਰਾਨ ਪੰਜਾਬੀ ਦੀ ਮੌਤ ਹੋ ਗਈ। ਇਹ ਪੰਜਾਬੀ ਨੌਜਵਾਨ ਅੱਖਾਂ ਦੇ ਵਿੱਚ ਲੱਖਾਂ ਸੁਪਨੇ ਸਜਾ ਕੇ ਕੈਨੇਡਾ ਦੇ ਵਿੱਚ ਗਿਆ ਸੀ, ਪਰ ਇਸ ਦੇ ਨਾਲ ਇੱਕ ਹਾਦਸਾ ਵਾਪਰਿਆ ਤੇ ਉਸਦੇ ਉਹ ਲੱਖਾਂ ਹੀ ਸੁਪਨੇ ਇੱਕ ਪਲ ਦੇ ਵਿੱਚ ਟੁੱਟ ਗਏ। ਇਹ ਨੌਜਵਾਨ ਪੰਜਾਬ ਦੇ ਵਿੱਚ ਸੰਗਰੂਰ ਦੇ ਨਾਲ ਸੰਬੰਧਿਤ ਹੈ। ਇਸ ਦਾ ਨਾਮ ਗੁਰਸਿਮਰਤ ਸਿੰਘ ਹੈ, ਜੋ ਕਿ ਕੈਨੇਡਾ ਦੇ ਵਿੱਚ 2017 ਨੂੰ ਗਿਆ ਸੀ। ਇਹ ਨੌਜਵਾਨ ਸਟੱਡੀ ਵੀਜ਼ਾ ਦੇ ਉੱਪਰ ਗਿਆ ਸੀ। ਇਸ ਦੀ ਪੜ੍ਹਾਈ ਪੂਰੀ ਹੋਈ ਤਾਂ ਇਸ ਨੂੰ ਵਰਕ ਪਰਮਿਟ ਮਿਲ ਗਿਆ। ਇਸ ਤੋਂ ਬਾਅਦ ਉਹ ਟਰੱਕ ਚਲਾਉਣ ਦਾ ਕੰਮ ਕਰਨ ਲੱਗਿਆ। ਇਹ ਨੌਜਵਾਨ ਪਹਿਲਾਂ ਟੋਰਾਂਟੋ ਦੇ ਵਿੱਚ ਰਹਿੰਦਾ ਸੀ ਅਤੇ ਫਿਰ ਵਿਨੀਪੈਗ ਦੇ ਵਿੱਚ ਸ਼ਿਫਟ ਹੋ ਗਿਆ। ਗੁਰਸਿਮਰਤ ਕੈਨੇਡਾ ਦੇ ਵਿੱਚ ਆਪਣੇ ਚਾਚੇ ਦੇ ਪੁੱਤਰ ਦੇ ਨਾਲ ਰਹਿੰਦਾ ਸੀ। ਇਹ ਨੌਜਵਾਨ ਕੰਮ ਪੂਰਾ ਕਰਕੇ ਟਰੱਕ ਤੋਂ ਵਾਪਸ ਆ ਰਿਹਾ ਸੀ, ਪਰ ਉੱਥੇ ਬਰਫ਼ਬਾਰੀ ਪਈ ਸੀ, ਜਿਸ ਦੇ ਕਰਕੇ ਉਸ ਦੇ ਨਾਲ ਹਾਦਸਾ ਵਾਪਰਿਆ। ਉਸ ਦਾ ਟਰੱਕ ਪਲਟ ਗਿਆ ਅਤੇ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਪੰਜਾਬੀ ਨੌਜਵਾਨ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਗਈ। ਪੁਲਿਸ ਨੇ ਟਰੱਕ ਕੰਪਨੀ ਦੇ ਨਾਲ ਗੱਲ ਕੀਤੀ ਤਾਂ ਕੰਪਨੀ ਨੇ ਉਹਨਾਂ ਨੂੰ ਇਸ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਹੈ। ਇਸ ਪੰਜਾਬੀ ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰ ਤਾਂ ਸਦਮੇ ਦੇ ਵਿੱਚ ਹੈ ਹੀ, ਨਾਲ ਹੀ ਪੰਜਾਬੀ ਭਾਈਚਾਰੇ ਦੇ ਵਿੱਚ ਵੀ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਵੈਂਕੂਵਰ ਦੇ ਵਿੱਚ ਅਨੋਖਾ ਪ੍ਰਦਰਸ਼ਨ, ਠੰਡ ਦੇ ਵਿੱਚ ਬਾਹਰ ਸੁੱਤੇ ਨੌਜਵਾਨ। ਅਮਰੀਕਾ ਦੇ ਨਾਲ ਰਿਸ਼ਤੇ ਮਜ਼ਬੂਤ ਕਰਨ ਦੀ ਲੋੜ ਟਰੂਡੋ। ਜਾਣੋ ਟਰੰਪ ਅਤੇ ਟਰੂਡੋ ਦੇ ਕਿਸ ਤਰ੍ਹਾਂ ਦੇ ਸਨ ਰਿਸ਼ਤੇ। ਬ੍ਰਿਟਿਸ਼ ਕੋਲੰਬੀਆ ਨੇ ਐਲਾਨਿਆ ਨਵਾਂ ਵੈਕਸੀਨ ਪਲਾਨ। ਜਾਣੋ ਕਿਹਨਾਂ ਨੂੰ ਲੱਗੇਗੀ 8 ਮਾਰਚ ਤੋਂ ਵੈਕਸੀਨ। ਫਰਾਂਸ ਦੇ ਸਾਬਕਾ ਰਾਸ਼ਟਰਪਤੀ ਨੂੰ ਹੋਈ ਜੇਲ੍ਹ, ਲੱਗਣਗੀਆਂ ਇਲੈਕਟ੍ਰੋਨਿਕ ਹਥਕੜੀਆਂ। ਕੈਨੇਡਾ ਨੇ ਸਾਂਝੀ ਕੀਤੀ ਐਸਟ੍ਰਾਜੈਨੇਕਾ ਦੇ ਬਾਰੇ ਵਿੱਚ ਅਪਡੇਟ। ਬੁੱਧਵਾਰ ਨੂੰ ਆਵੇਗੀ ਟੀਕੇ ਦੀ ਪਹਿਲੀ ਸ਼ਿਪਮੈਂਟ। ਕੈਨੇਡਾ ਦੇ ਵਿੱਚ ਕੋਵਿਡ-19 ਅਪਡੇਟ। ਜਾਣੋ ਕਿੱਥੋਂ ਆਏ ਕਿੰਨੇ ਕਰੋਨਾ ਵਾਇਰਸ ਦੇ ਮਾਮਲੇ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।